ਭਾਰਤ ਦੇ ਐਕਸ਼ਨ ਤੋਂ ਬਾਅਦ ਟਰੂਡੋ ਦਾ ਨਵਾਂ ਬਿਆਨ ਕਿਹਾ ਅਸੀਂ ਭਾਰਤ ਨੂੰ ਉਕਸਾ ਨਹੀਂ ਰਹੇ, ਭਾਰਤ ਮਸਲੇ ਤੇ ਦਿਖਾਵੇ ਗੰਭੀਰਤਾ। ਪਹਿਲਾਂ ਨਿੱਜਰ ਦੇ ਕਤਲ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਜਤਾਇਆ ਸੀ ਸ਼ੱਕ। ਨਿੱਜਰ ਕਤਲकांड ਦੇ ਵਿੱਚ ਕੈਨੇਡਾ ਨੇ ਭਾਰਤੀ ਡਿਪਲੋਮੈਟਸ ਨੂੰ ਕੀਤਾ ਐਕਸਪੈਲ ਤਾਂ ਭਾਰਤ ਨੇ ਵੀ ਕੀਤੀ ਜਵਾਬੀ ਕਾਰਵਾਈ। ਕੈਨੇਡਾ ਦੇ ਹਾਈ ਕਮਿਸ਼ਨ ਨੂੰ ਕੀਤਾ ਤਲਬ, ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦੇ ਆਦੇਸ਼। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਾਰ, ਕਿਹਾ ਵੋਟ ਬੈਂਕ ਦੇ ਚੱਕਰ ਦੇ ਵਿੱਚ ਫਸ ਗਏ ਟਰੂਡੋ, ਸਿਆਸਤ ਦੇ ਲਈ ਦਾਅ ਦੇ ਉੱਤੇ ਲਗਾਏ ਡਿਪਲੋਮੈਟਿਕ ਰਿਸ਼ਤੇ। ਟਰੂਡੋ ਨੇ ਭਾਰਤ ਵਿਰੋਧੀ ਤਾਕਤਾਂ ਨੂੰ ਦਿੱਤਾ ਫ੍ਰੀ ਹੈਂਡ। ਸੰਸਦ ਦੀ ਨਵੀਂ ਇਮਾਰਤ ਤੋਂ ਨਵੀਂ ਸ਼ੁਰੂਆਤ, ਲੋਕ ਸਭਾ 'ਚ ਨਾਰੀ ਸ਼ਕਤੀ ਵੰਦਨ ਬਿੱਲ ਪੇਸ਼। ਲੋਕ ਸਭਾ 'ਚ ਮਹਿਲਾਵਾਂ ਦੇ ਲਈ ਰਿਜ਼ਰਵ ਹੋਣਗੀਆਂ 181 ਸੀਟਾਂ, ਵਿਧਾਨ ਸਭਾ ਦੇ ਵਿੱਚ ਵੀ 33% ਸੀਟਾਂ ਹੋਣਗੀਆਂ ਰੱਖ। ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਕ੍ਰੈਡਿਟ ਲੈਣ ਦੀ ਵੀ ਹੋੜ, ਕਾਂਗਰਸ ਨੇ ਆਪਣੀ ਸਰਕਾਰ ਵੇਲੇ ਦਾ ਬਿੱਲ ਹੋਣ ਦਾ ਕੀਤਾ ਦਾਅਵਾ ਤਾਂ ਅਮਿਤ ਸ਼ਾਹ ਬੋਲੇ ਪੁਰਾਣੇ ਬਿੱਲ ਦੀ ਮਿਆਦ ਹੋਈ ਖਤਮ। ਗੜਜੋੜ ਨੂੰ ਲੈ ਕੇ ਰਾਜਾ ਵੜਿੰਗ ਦੀ ਪਾਰਟੀ ਲੀਡਰਾਂ ਨੂੰ ਸਲਾਹ, ਅਨੁਸ਼ਾਸਨ ਜ਼ਰੂਰੀ, ਮੀਡੀਆ ਦੇ ਵਿੱਚ ਦਿੱਤੀ ਨਿੱਜੀ ਰਾਏ ਮਨਜ਼ੂਰ ਨਹੀਂ। ਸਟੇਟ ਬਾਡੀ ਦੀ ਸਹਿਮਤੀ ਦੇ ਨਾਲ ਹੀ ਹਾਈ ਕਮਾਨ ਲਵੇਗੀ ਗੜਜੋੜ ਦੇ ਉੱਤੇ ਫੈਸਲਾ। ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਰਿਸ਼ਵਤ ਲੈਂਦੇ ਦੋ ਮੁਲਾਜ਼ਮ ਰੰਗੇ ਹੱਥੀਂ ਕੀਤੇ ਕਾਬੂ। ਲੇਬਰ ਵਿਭਾਗ ਦੇ ਮੁਲਾਜ਼ਮਾਂ ਤੇ ਰਿਸ਼ਵਤ ਲੈਣ ਤੇ ਲੱਗੇ ਇਲਜ਼ਾਮ, ਮੌਕੇ ਤੇ ਹੋਇਆ ਜ਼ਬਰਦਸਤ ਹੰਗਾਮਾ। ਮੁਕਤਸਰ ਦੇ ਵਿੱਚ ਦਰਦਨਾਕ ਸੜਕ ਹਾਦਸਾ, ਸਰਹੰਦ ਫੀਡਰ ਦੇ ਵਿੱਚ ਡਿੱਗੀ ਸਵਾਰੀਆਂ ਦੇ ਨਾਲ ਭਰੀ ਬੱਸ, 8 ਸਵਾਰੀਆਂ ਦੀ ਮੌਤ। ਐਨਡੀਆਰਐਫ ਦੀ ਟੀਮ ਦੇ ਵੱਲੋਂ ਚਲਾਇਆ ਜਾ ਰਿਹਾ ਰੈਸਕਿਊ ਆਪਰੇਸ਼ਨ। ਦੇਸ਼ ਦੇ 8 ਮੈਟਰੋ ਸ਼ਹਿਰਾਂ ਦੇ ਵਿੱਚ ਲਾਂਚ ਹੋਇਆ ਜੀਓ 에ਅਰ ਫਾਈਬਰ, 599 ਰੁਪਏ ਦੇ ਵਿੱਚ ਸਭ ਤੋਂ ਸਸਤਾ ਪਲਾਨ, 5G ਸਪੀਡ ਦੇਵੇਗਾ ਪਲੱਗ ਐਂਡ ਪਲੇ ਡਿਵਾਈਸ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਦੇਸ਼ ਦੇ ਵਿੱਚ ਨਵੀਂ ਸੰਸਦ ਬਣੇ ਤੇ ਨਵੀਂ ਸੰਸਦ ਦੇ ਪਹਿਲੇ ਦਿਨ ਹੀ ਦੇਸ਼ ਦੀ ਅੱਧੀ ਆਬਾਦੀ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆਂਦਾ ਜਾਵੇ ਬਿੱਲ ਰਾਖਵੇਂਕਰਨ ਵਾਲਾ ਮਹਿਲਾਵਾਂ ਦੇ ਲਈ, ਫਿਰ ਫਰਕ ਤਾਂ ਪੈਂਦਾ ਹੈ। ਜਿਹਾਂ ਪੁਰਾਣੇ ਸੰਸਦ ਭਵਨ ਨੂੰ ਵਿਦਾਈ ਦੇ ਨਾਲ ਹੀ ਨਵੇਂ ਸੰਸਦ ਭਵਨ ਦੀ ਸ਼ੁਰੂਆਤ ਹੋ ਗਈ। ਪਹਿਲੇ ਦਿਨ ਲੋਕ ਸਭਾ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਵਨ ਦੇ ਵਿੱਚ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਗੱਲ ਕਹੀ, ਜਿਸ ਦਾ ਨਾਮ ਨਾਰੀ ਸ਼ਕਤੀ ਵੰਦਨ ਅਧਿਨਿਯਮ ਹੋਵੇਗਾ। ਮੋਦੀ ਆਪਣੀ 25 ਮਿੰਟ ਦੀ ਸਪੀਚ ਦੇ ਵਿੱਚ 10 ਮਿੰਟ ਮਹਿਲਾਵਾਂ ਦੇ ਮੁੱਦੇ ਉੱਤੇ ਹੀ ਬੋਲੇ। आज जब महिलाएं हर सेक्टर में तेजी से आगे बढ़ रही हैं, नेतृत्व कर रही है, तो बहुत आवश्यक है कि नीति निर्धारण में, पॉलिसी मेकिंग में हमारी माताएं बहनें, हमारी नारी शक्ति अधिकतम योगदान दें। ਪ੍ਰਧਾਨ ਮੰਤਰੀ ਤੋਂ ਬਾਅਦ ਮਹਿਲਾ ਰਾਖਵਾਂਕਰਨ ਦੇ ਮੁੱਦੇ ਉੱਤੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਆਪਣੀ ਗੱਲ ਰੱਖੀ ਤਾਂ ਉਹਨਾਂ ਦੇ ਬਿਆਨ ਦੇ ਉੱਤੇ ਹੰਗਾਮਾ ਹੋ ਗਿਆ। ਇਸ ਤੋਂ ਕੁਝ ਦੇਰ ਬਾਅਦ 2:12 ਦੇ ਉੱਤੇ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਬਿੱਲ ਸਦਨ ਦੇ ਵਿੱਚ ਪੇਸ਼ ਕੀਤਾ। आर्टिकल 239AA हम इसमें इंसर्ट कर रहे हैं, जिसके माध्यम से 33% महिलाओं को रिजर्वेशन मिलेगा। किसमें? द नेशनल कैपिटल टेरिटरी ऑफ दिल्ली। ਇਸ ਤੋਂ ਬਾਅਦ ਸਦਨ ਦੇ ਵਿੱਚ ਮਾਹੌਲ ਫਿਰ ਗਰਮਾਇਆ। ਵਿਰੋਧੀ ਧਿਰਾਂ ਦੇ ਮੈਂਬਰਸ ਨੇ ਬਿੱਲ ਦੀ ਕਾਪੀ ਉਹਨਾਂ ਨੂੰ ਨਾ ਮਿਲਣ ਤੇ ਹੰਗਾਮਾ ਕੀਤਾ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਬਿੱਲ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਯਾਨੀ ਨਵੀਂ ਸੰਸਦ ਦੇ ਪਹਿਲੇ ਦਿਨ ਵੀ ਹੰਗਾਮਾ ਜ਼ਰੂਰ ਹੁੰਦਾ ਹੋਇਆ ਨਜ਼ਰ ਆਇਆ। ਉਧਰ ਨਾਰੀ ਸ਼ਕਤੀ ਵੰਦਨ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਮਹਿਲਾਵਾਂ ਦੇ ਲਈ 33% ਰਿਜ਼ਰਵੇਸ਼ਨ ਲਾਗੂ ਕੀਤਾ ਜਾਵੇ। ਤੇ ਇਸ ਫਾਰਮੂਲੇ ਦੇ ਮੁਤਾਬਿਕ ਲੋਕ ਸਭਾ ਦੀਆਂ 543 ਸੀਟਾਂ ਦੇ ਵਿੱਚ 181 ਮਹਿਲਾਵਾਂ ਦੇ ਲਈ ਰਿਜ਼ਰਵ ਹੋਣਗੀਆਂ। ਨਵੇਂ ਬਿੱਲ ਦੇ ਵਿੱਚ ਸਭ ਤੋਂ ਵੱਡਾ ਪੇਚ ਇਹ ਹੈ ਕਿ ਇਹ ਡੀਲਿਮਿਟੇਸ਼ਨ ਤੋਂ ਬਾਅਦ ਹੀ ਲਾਗੂ ਹੋਵੇਗਾ। ਇਹ ਡੀਲਿਮਿਟੇਸ਼ਨ ਇਸ ਬਿੱਲ ਦੇ ਬਾਅਦ ਹੋਣ ਵਾਲੀ ਜਨਗਣਨਾ ਦੇ ਆਧਾਰ ਦੇ ਉੱਤੇ ਹੀ ਹੋਵੇਗੀ। 2024 ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮਰਦਮਸ਼ੁਮਾਰੀ ਅਤੇ ਡੀਲਿਮਿਟੇਸ਼ਨ ਤਕਰੀਬਨ ਨਾਮੁਮਕਿਨ ਨਜ਼ਰ ਆਉਂਦੀ ਹੈ। क्यों लाया गया है बिल? ये इसलिए लाया गया है क्योंकि 2024 के चुनाव में मोदी जी महिलाओं को बेवकूफ बनाना चाहते हैं।
तो ये महिला आरक्षण बिल नहीं है, ये महिला बेवकूफ बनाओ बिल है। अगर विपक्ष को ये लगता है कि चुनावी दांवपेच है तो चिट्ठी क्यों लिख रहे थे? तो क्या विपक्ष भी चुनावी नौटंकी कर रहा था? और विपक्ष के लिए ये चुनावी नौटंकी ही है, क्योंकि विपक्ष ने और विशेषतः कांग्रेस ने सत्ता में रहने के बावजूद कभी भी महिला को आरक्षण नहीं दिया। यानी विधान सभा ते लोक सभा ਦੀਆਂ ਚੋਣਾਂ ਸਮੇਂ ਦੇ ਉੱਤੇ ਹੋਈਆਂ ਤੇ ਇਸ ਵਾਰ ਮਹਿਲਾ ਰਾਖਵਾਂਕਰਨ ਬਿੱਲ ਤਾਂ ਲਾਗੂ ਨਹੀਂ ਹੋਵੇਗਾ। ਇਹ 2029 ਦੀਆਂ ਲੋਕ ਸਭਾ ਚੋਣਾਂ ਜਾਂ ਉਸ ਤੋਂ ਪਹਿਲਾਂ ਦੀਆਂ ਕੁਝ ਵਿਧਾਨ ਸਭਾ ਚੋਣਾਂ ਤੋਂ ਲਾਗੂ ਜ਼ਰੂਰ ਹੋ ਸਕਦਾ ਹੈ। ਤੇ ਜਦੋਂ ਇਹ ਲਾਗੂ ਹੋ ਜਾਏਗਾ ਤੇ ਉਸ ਤੋਂ ਬਾਅਦ ਸਿੱਧਾ ਮਤਲਬ ਹੈ ਕਿ 33% ਵਿਧਾਨ ਸਭਾ ਦੇ ਵਿੱਚ ਮਹਿਲਾਵਾਂ ਦੇ ਲਈ ਸੀਟਾਂ ਰਾਖਵੀਆਂ ਹੋਣਗੀਆਂ। ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਵੇਂ 117 ਸੀਟਾਂ ਨੇ ਤਾਂ ਫਿਰ 33% 39 ਸੀਟਾਂ ਵਿਧਾਨ ਸਭਾ ਦੀਆਂ ਮਹਿਲਾਵਾਂ ਦੇ ਲਈ ਰਾਖਵੀਆਂ ਹੋਣਗੀਆਂ। ਯਾਨੀ ਕਿ 39 ਘੱਟੋ ਘੱਟ ਵਿਧਾਇਕ ਜ਼ਰੂਰ ਬਣਿਆ ਕਰਨਗੇ ਮਹਿਲਾ ਵਿਧਾਇਕ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 117 ਦੇ ਵਿੱਚੋਂ ਸਿਰਫ 11 ਹੀ ਮਹਿਲਾ ਵਿਧਾਇਕਾਂ ਨੇ। ਅੱਗੇ ਵਧਦੇ ਅਗਲੀ ਖਬਰ ਤੋਂ ਪਹਿਲਾਂ ਅਸੀਂ ਰੁਕ ਕਰਾਂਗੇ ਅੱਜ ਦੇ ਸਵਾਲ ਦਾ। ਅੱਜ ਦਾ ਸਵਾਲ ਹੈ ਕਿ ਲੋਕ ਸਭਾ ਦੇ ਵਿੱਚ ਇਸ ਸਮੇਂ ਕਿੰਨੀਆਂ ਮਹਿਲਾ ਐਮਪੀ ਨੇ? ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ। A 78, B 82, C 91 ਜਾਂ ਆਪਸ਼ਨ D 104। ਪੰਜਾਬ ਦੀਆਂ ਅਸੀਂ ਤੁਹਾਨੂੰ ਦੱਸ ਦਿੱਤਾ ਕਿ 117 ਦੇ ਵਿੱਚੋਂ 11 ਹੀ ਮਹਿਲਾ ਵਿਧਾਇਕ ਬਣੇ ਨੇ ਪੰਜਾਬ ਦੇ ਵਿੱਚ। ਪਰ ਪੂਰੇ ਦੇਸ਼ ਦੇ ਵਿੱਚ ਐਮਪੀ ਕਿੰਨੀਆਂ ਮਹਿਲਾਵਾਂ ਐਮਪੀ ਨੇ? ਇਹ ਅੱਜ ਦਾ ਸਵਾਲ ਹੈ। ਜਵਾਬ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ। 78, 82, 91 ਜਾਂ 104। ਉਧਰ ਸੈਂਟਰਲ ਹਾਲ ਦੇ ਵਿੱਚ ਸਮਾਗਮ ਦੇ ਨਾਲ ਹੀ ਪੁਰਾਣੀ ਪਾਰਲੀਮੈਂਟ ਨੂੰ ਵਿਦਾਈ ਵੀ ਦੇ ਦਿੱਤੀ। ਆਖਰੀ ਦਿਨ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰਾਂ ਨੇ ਸਵੇਰੇ ਸੈਂਟਰਲ ਹਾਲ ਦੇ ਕੋਲ ਇੱਕ ਫੋਟੋ ਸੈਸ਼ਨ ਵੀ ਕਰਵਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਸਣੇ ਸੱਤਾ ਤੇ ਅਤੇ ਵਿਰੋਧੀ ਧਿਰ ਦੇ ਸਾਰੇ ਮੈਂਬਰ ਪਾਰਲੀਮੈਂਟ ਮੌਜੂਦ ਰਹੇ। ਪਹਿਲਾਂ ਰਾਜ ਸਭਾ ਤੇ ਲੋਕ ਸਭਾ ਦੇ ਸੰਸਦਾਂ ਨੇ ਫੋਟੋਆਂ ਖਿਚਵਾਈਆਂ। ਇਸ ਤੋਂ ਬਾਅਦ ਦੋਵੇਂ ਸਦਨਾਂ ਦੇ ਸਾਰੇ ਮੈਂਬਰਸ ਦਾ ਗਰੁੱਪ ਫੋਟੋ ਸੈਸ਼ਨ ਵੀ ਹੋਇਆ। ਇਸ ਤੋਂ ਬਾਅਦ ਸੈਂਟਰਲ ਹਾਲ ਦੇ ਵਿੱਚ ਮੋਦੀ ਦੇਸ਼ ਦੇ ਸਾਰੇ ਐਮਪੀਜ਼ ਦੇ ਨਾਲ ਜਾ ਕੇ ਮਿਲੇ ਅਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 38 ਮਿੰਟ ਦੀ ਇੱਕ ਸਪੀਚ ਵੀ ਦਿੱਤੀ। हम यहाँ विकसित भारत का संकल्प दोहराना, फिर एक बार संकल्पबद्ध होना और उसको परिपूर्ण करने के लिए जी जान से जुटने के इरादे से नए भवन की तरफ प्रस्थान कर रहे हैं। ਪੁਰਾਣੇ ਸੰਸਦ ਭਵਨ ਦੇ ਵਿੱਚ ਸੰਬੋਧਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਣੇ ਸਾਰੇ ਮੈਂਬਰ ਪਾਰਲੀਮੈਂਟਸ ਨਵੇਂ ਭਵਨ ਵਾਲੇ ਪਾਸੇ ਪੈਦਲ ਹੀ ਪਹੁੰਚੇ। ਉਧਰ ਨਵੀਂ ਪਾਰਲੀਮੈਂਟ ਦੇ ਉਦਘਾਟਨ ਦੇ ਇਸ ਇਤਿਹਾਸਿਕ ਮੌਕੇ ਦੀ ਗਵਾਹ ਦੋ ਬਾਲੀਵੁੱਡ ਐਕਟ੍ਰੈਸਸ ਵੀ ਰਹੀਆਂ। ਕੰਗਨਾ ਰਣੌਤ ਅਤੇ ਈਸ਼ਾ ਗੁਪਤਾ ਨਵੇਂ ਪਾਰਲੀਮੈਂਟ ਦੇ ਵਿੱਚ ਪਹੁੰਚੇ। ਦੋਨੋਂ ਐਕਟ੍ਰੈਸਸ ਨੂੰ ਸਪੈਸ਼ਲ ਇਨਵਾਈਟ ਮਿਲਿਆ ਸੀ। ਦੋਵੇਂ ਐਕਟ੍ਰੈਸਸ ਐਥਨਿਕ ਲੁੱਕ ਦੇ ਵਿੱਚ ਸਨ। ਕੰਗਨਾ ਨੇ ਮਹਿਲਾ ਰਾਖਵਾਂਕਰਨ ਬਿੱਲ ਦੇ ਉੱਤੇ ਗੱਲ ਵੀ ਕੀਤੀ। बड़ा कदम हमारे हिंदुस्तान के लिए, हमारे भारत के लिए, और ये कहना पड़ेगा मोदी जी ने पहले बोला और करके दिखाया। जो लोग सोचते रह जाते हैं और जो गवर्नमेंट है वो सोचती रह जाती है, मगर मोदी जी ने कर दिखाया। ਉੱਥੇ ਈਸ਼ਾ ਗੁਪਤਾ ਵੀ ਨਵੀਂ ਪਾਰਲੀਮੈਂਟ ਭਵਨ ਦੇ ਵਿੱਚ ਪਹੁੰਚੀ ਅਤੇ ਉਹਨਾਂ ਨੇ ਵੀ ਮਹਿਲਾ ਰਾਖਵਾਂਕਰਨ ਬਿੱਲ ਦੇ ਉੱਤੇ ਬਿਆਨ ਦਿੱਤਾ। ये ऐतिहासिक दिन है सारे देश की महिलाओं के लिए, पूरे देश के लिए। और जैसा मैंने बताया कि विमेन कितना सप्रेस किया गया है विमेन को। ਦੋਵੇਂ ਅਦਾਕਾਰਾਂ ਪਾਰਲੀਮੈਂਟ ਭਵਨ ਦੇ ਵਿੱਚ ਬੀਜੇਪੀ ਐਮਪੀਜ਼ ਦੇ ਨਾਲ ਕਾਫੀ ਸਮੇਂ ਤੱਕ ਨਜ਼ਰ ਆਈਆਂ। ਤਾਂ ਨਵੀਂ ਪਾਰਲੀਮੈਂਟ ਦੇਸ਼ ਨੂੰ ਮਿਲ ਚੁੱਕੀ ਹੈ। ਕਾਬਲੇ ਗੌਰ ਇਹ ਵੀ ਹੈ ਕਿ ਜੋ ਪੁਰਾਣੀ ਪਾਰਲੀਮੈਂਟ ਹੈ ਉਸ ਨੂੰ ਸੰਵਿਧਾਨ ਭਵਨ ਦੇ ਨਾਮ ਦੇ ਨਾਲ ਵੀ ਹੁਣ ਜਾਣਿਆ ਜਾਏਗਾ। ਅੱਗੇ ਵਧਦੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਦਹਿਸ਼ਤਗਰਦ ਹਰਦੀਪ ਨਿੱਜਰ ਦੇ ਕਤਲ ਦੇ ਬਾਰੇ ਇੱਕ ਵੱਡਾ ਬਿਆਨ ਦੇ ਦਿੱਤਾ। ਤੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ। ਕੈਨੇਡੀਅਨ ਜਾਂਚ ਏਜੰਸੀ ਦੇ ਹਵਾਲੇ ਦੇ ਨਾਲ ਜਸਟਿਨ ਟਰੂਡੋ ਨੇ ਨਿੱਜਰ ਕਤਲकांड ਮਾਮਲੇ ਪਿੱਛੇ ਭਾਰਤੀ ਏਜੰਸੀਆਂ ਦੇ ਲਿੰਕ ਹੋਣ ਦਾ ਖਦਸ਼ਾ ਜਤਾ ਦਿੱਤਾ। The past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar.
ਕੈਨੇਡਾ ਸਰਕਾਰ ਨੇ ਇਸ ਦੇ ਨਾਲ ਹੀ ਭਾਰਤੀ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਆਦੇਸ਼ ਵੀ ਦੇ ਦਿੱਤੇ। As of today and as a consequence, we've expelled a top Indian diplomat from Canada. ਭਾਰਤੀ ਜਾਂਚ ਏਜੰਸੀ NIA ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਸ਼ਾਮਿਲ ਖਾਲਿਸਤਾਨੀ ਦਹਿਸ਼ਤਗਰਦ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 18 ਜੂਨ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ 'ਚ ਜਸਟਿਨ ਟਰੂਡੋ ਨੇ ਭਾਰਤੀ ਏਜੰਸੀਆਂ ਦੇ ਉੱਤੇ ਹੁਣ ਸਵਾਲ ਖੜੇ ਕੀਤੇ ਨੇ। ਉਧਰ ਭਾਰਤ ਸਰਕਾਰ ਨੇ ਕੈਨੇਡਾ ਦੇ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਤੇ ਨਾਲ ਹੀ ਕੈਨੇਡਾ ਐਕਸ਼ਨ ਵੀ ਕੀਤਾ। ਤੇ ਭਾਰਤ ਸਰਕਾਰ ਨੇ ਆਪਣਾ ਰੁਖ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਭਾਰਤ ਤੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਨੇ ਅਤੇ ਕੈਨੇਡਾ ਦੇ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ 'ਚ ਭਾਰਤ ਦੀ ਸ਼ਮੂਲੀਅਤ ਦਾ ਇਲਜ਼ਾਮ ਬੇਬੁਨਿਆਦ ਹੈ। ਇਹ ਖਾਲਿਸਤਾਨੀ ਅੱਤਵਾਦੀਆਂ ਤੋਂ ਧਿਆਨ ਹਟਾਉਣ ਦੀ ਕੈਨੇਡਾ ਦੀ ਕੋਸ਼ਿਸ਼ ਹੈ। ਇਹ ਜ਼ਾਹਿਰ ਹੈ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ। ਭਾਰਤ ਨੇ ਮੰਗ ਕੀਤੀ ਕਿ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ ਕੈਨੇਡਾ ਸਖਤ ਕਾਨੂੰਨੀ ਕਾਰਵਾਈ ਕਰੇ ਕਿਉਂਕਿ ਜੋ ਕੈਨੇਡਾ ਤੋਂ ਖਾਲਿਸਤਾਨੀ ਅੱਤਵਾਦੀ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਲਈ ਖਤਰਾ ਬਣੇ ਹੋਏ ਨੇ ਅਤੇ ਖਾਲਿਸਤਾਨੀ ਅੱਤਵਾਦੀਆਂ ਦੇ ਮੁੱਦੇ ਦੇ ਉੱਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕੈਨੇਡਾ ਦੇ ਸਿਆਸਤਦਾਨਾਂ ਦੇ ਵੱਲੋਂ ਅੱਤਵਾਦੀਆਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਦੇ ਵਿੱਚ ਕਤਲ, ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ ਸਣੇ ਕਈ ਗੈਰਕਾਨੂੰਨੀ ਸਰਗਰਮੀਆਂ ਨੂੰ ਥਾਂ ਦੇਣੀ ਨਵੀਂ ਗੱਲ ਨਹੀਂ ਹੈ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸੀਨੀਅਰ ਡਿਪਲੋਮੈਟ ਨੂੰ ਅਗਲੇ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦੇ ਆਦੇਸ਼ ਵੀ ਦੇ ਦਿੱਤੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਸੱਦ ਕੇ ਆਪਣਾ ਫੈਸਲਾ ਦੱਸਿਆ ਸੀ। ਕਾਬਲੇ ਗੌਰ ਇਹ ਵੀ ਹੈ ਕਿ ਇਸ ਸਭ ਦੇ ਵਿਚਾਲੇ ਜਸਟਿਨ ਟਰੂਡੋ ਦੀ ਇੱਕ ਹੋਰ ਸਟੇਟਮੈਂਟ ਵੀ ਸਾਹਮਣੇ ਆ ਗਈ ਹੈ। ਪਾਰਲੀਮੈਂਟ ਤੋਂ ਬਾਹਰ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਭਾਰਤ ਨੂੰ ਉਕਸਾ ਨਹੀਂ ਰਹੇ ਬਲਕਿ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਨੂੰ ਸੀਰੀਅਸ ਤੌਰ ਦੇ ਉੱਤੇ ਲਿਆ ਜਾਵੇ ਭਾਰਤ ਸਰਕਾਰ ਦੇ ਵੱਲੋਂ ਵੀ। ਯਾਨੀ ਕਿ 24 ਘੰਟਿਆਂ ਦੇ ਵਿੱਚ ਹੀ ਜਸਟਿਨ ਟਰੂਡੋ ਦੇ ਤਲਕ ਤੇਵਰ ਠੰਡੇ ਪੈਂਦੇ ਨਜ਼ਰ ਆਏ ਨੇ ਤੇ ਜਦੋਂ 24 ਘੰਟਿਆਂ ਦੇ ਵਿੱਚ ਹੀ ਤੇਵਰ ਤਲਕ ਜਿਹੜੇ ਸੀ ਉਹ ਠੰਡੇ ਪੈ ਜਾਣ ਫਿਰ ਫਰਕ ਤਾਂ ਪੈਂਦਾ। ਉਹ ਤਾਂ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਭਾਰਤ ਦੇ ਵਿੱਚ ਸਿਆਸਤ ਵੀ ਗਰਮਾਈ ਹੋਈ। ਤੇ बीजेपी ने सख्त शब्दों ਦੇ ਵਿੱਚ ਟਰੂਡੋ ਦੇ ਇਸ ਬਿਆਨ ਦੀ ਨਿਖੇਧੀ ਕੀਤੀ है और हास्यास्पद बयान दिया है वो निंदनीय है और भारत के अंदर कानून के शासन है, लोकतंत्र है और भारत की मजबूत प्रतिबद्धता है। ਉਧਰ ਸ਼੍ਰੋਮਣੀ ਕਮੇਟੀ ਨੇ ਇਸ ਪੂਰੇ ਹਾਲਾਤ ਤੇ ਫਿਕਰ ਜ਼ਾਹਰ ਕੀਤੀ ਹੈ ਤੇ ਆਉਂਦੇ ਦਿਨਾਂ 'ਚ ਕੇਂਦਰ ਸਰਕਾਰ ਤੋਂ ਜਵਾਬ ਮੰਗਣ ਦੀ ਗੱਲ ਵੀ ਕਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਪੂਰਨ ਤੌਰ ਤੇ ਫਿਕਰਮੰਦ ਹੈ ਤੇ ਦੇਸ਼ ਦੀ ਜਿਹੜੀ ਸਰਕਾਰ ਹੈ ਉਹਦੇ ਤੱਕ ਇਹਨਾਂ ਆਈਆਂ ਖਬਰਾਂ ਦਾ ਜਿਹੜਾ ਜਵਾਬ ਮੰਗਣ ਵਾਸਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਪੱਤਰਾਚਾਰ ਦੇਸ਼ ਦੀ ਸਰਕਾਰ ਨੂੰ ਜ਼ਰੂਰ ਕਰਾਂਗੇ। ਹਾਲਾਂਕਿ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਖਾਲਿਸਤਾਨੀ ਪੱਖੀ ਸੋਚ ਵਾਲਿਆਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਹਿੰਦੁਸਤਾਨ ਦੇ ਵਿੱਚ ਕਿਆ UK, ਕਿਆ ਅਮਰੀਕਾ, ਕਿਆ ਕੈਨੇਡਾ, ਕਿਆ ਉੱਥੇ ਦੰਗੇ ਫਸਾਦ ਕਰਾਉਣ ਲਈ, ਕਿਆ ਉੱਥੇ ਹਾਲਾਤ ਖਰਾਬ ਕਰਾਉਣ ਲਈ ਕਿਆ ਹਿੰਦੁਸਤਾਨ ਗਲਤੀ ਕਰਦਾ, ਕਿਆ ਅਸੀਂ ਗਲਤੀ ਕਰਦੇ ਹਾਂ। ਉੱਥੇ ਕੈਨੇਡਾ ਦੇ ਵਿੱਚ ਵੀ ਪੱਤਰਕਾਰਾਂ ਨੇ ਇਸ ਬਿਆਨ ਦੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਕੀਤੇ ਨੇ। ये एक बॉम्बशेल रेवोल्यूशन थी इंडो कैनेडियंस के लिए। इंडो कैनेडियंस ऑलमोस्ट मेक अनऑफिशियली 2 मिलियन ऑफ 38 कैनेडियन पॉपुलेशन, तो उन सब के लिए ये एक बॉम्बशेल था। ਜਸਟਿਨ ਟਰੂਡੋ ਦੇ ਬਿਆਨ ਦੇ ਨਾਲ ਜਿਹੜਾ ਵਿਵਾਦ ਭਖਿਆ ਹੈ ਇਹ ਆਉਂਦੇ ਦਿਨਾਂ ਦੇ ਵਿੱਚ ਕੀ ਤਸਵੀਰ ਦਿਖਾਏਗਾ ਇਹ ਦੇਖਣਾ ਹੋਵੇਗਾ। ਪਰ ਬਵਾਲ ਤਾਂ ਪੂਰੀ ਦੁਨੀਆ ਦੇ ਵਿੱਚ ਜ਼ਰੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਦੇ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਦਿੱਤਾ ਗਿਆ। ਉਧਰ MP ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਖਤਰਨਾਕ ਹੈ, ਜਦਕਿ MS ਬਿੱਟਾ ਆਪਣੇ ਅੰਦਾਜ਼ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਸੁਨੇਹਾ ਦੇ ਰਹੇ। मिनी पंजाब कहा जाता है कि काफ़ी लोग पंजाब से या भारत के अलग अलग कोने से कनाडा जाते हैं, वहाँ पे बसे हुए हैं। ऐसे में इस घटना के बाद दोनों देशों के रिश्तों की क्या आप समझ सकते हैं कि दोनों के दो देशों के जो रिश्ते हैं वो ख़राब होते हुए नज़र आ रहे हैं? रिश्ता तो बहुत ख़राब होगा, क्यों करके सबसे सीनियर अफसर जो मामले का है इंटेलिजेंस का, ओटावा जो उनकी राजधानी है कनाडा की, उधर से बाहर निकाल दिया गया है इंडिया का, और इंडिया ने भी इधर कनाडा का कोई सफ़ीर उसको निकाल दिया गया है। तो ये मामला मेरा ख्याल यूनाइटेड नेशंस में भी जाएगा, और क्यों करके कनाडा में ये हत्या हुई है तो अमेरिका और ब्रितानिया, न्यूजीलैंड और ऑस्ट्रेलिया जिनके साथ कनाडा का अलायंस है
वो बहुत इसको संजीदगी के साथ इसको ले रहे हैं। इस पूरे ਬਿਆਨ ਨੂੰ ਜਾਂ ਕਿ ਇਸ ਪੂਰੇ ਮਾਮਲੇ ਨੂੰ ਖਤਰਨਾਕ ਦੱਸ ਰਹੇ ਨੇ ਸਿਮਰਜੀਤ ਸਿੰਘ ਮਾਨ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨੂੰ ਉਹਨਾਂ ਦੇ G20 ਤੋਂ ਬਾਅਦ ਆਪਣੇ ਘਰ ਦੇ ਵਿੱਚ ਘਿਰ ਜਾਣ ਦੀ ਬੁਖਲਾਹਟ ਦੇ ਵਜੋਂ ਵੀ ਦੇਖਿਆ ਜਾ ਰਿਹਾ। ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ G20 ਚ ਆਮਦ ਨੂੰ ਲੈ ਕੇ ਉਹਨਾਂ ਦੀ ਕੈਨੇਡਾ ਵਾਪਸੀ ਤੱਕ ਇਹ ਪੂਰੀ ਫੇਰੀ ਕਈ ਸਵਾਲਾਂ ਦੇ ਵਿੱਚ ਰਹੀ। ਭਾਰਤੀ ਮੀਡੀਆ ਦੇ ਨਾਲ ਕੈਨੇਡਾ ਦੀ ਮੀਡੀਆ ਨੇ ਵੀ ਟਰੂਡੋ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਸਨ। 2018 ਤੋਂ ਬਾਅਦ 2023 ਦੇ ਵਿੱਚ ਆਏ ਟਰੂਡੋ ਦੀ ਅਗਵਾਈ ਦੇ ਲਈ ਭਾਰਤ ਸਰਕਾਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਹਵਾਈ ਅੱਡੇ ਤੇ ਪਹੁੰਚੇ ਸਨ। ਇਸ ਤੋਂ ਬਾਅਦ ਟਰੂਡੋ ਦੀ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਅਤੇ ਕੈਨੇਡਾ ਵਾਪਸੀ ਤੱਕ ਦੀਆਂ ਕਈ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਨੇਡਾ ਦੀ ਮੀਡੀਆ ਤੇ ਉੱਥੋਂ ਦੀ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਤੰਜ ਕੱਸੇ ਸੀ। ਕੈਨੇਡਾ ਦੇ ਅਖਬਾਰ ਟੋਰਾਂਟੋ ਸਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਟਰੂਡੋ ਦੀ ਤਸਵੀਰ ਛਾਪ ਕੇ ਟਾਈਟਲ ਦਿੱਤਾ ਸੀ ਦਿਸ ਵੇ ਆਊਟ। ਕੈਨੇਡਾ ਦੇ ਵਿੱਚ ਮੁੱਖ ਵਿਰੋਧੀ ਆਗੂ ਪੀਰੇ ਪੋਇਲੀਵੇਰੇ ਨੇ ਟਵਿੱਟਰ ਦੇ ਉੱਤੇ ਟੋਰਾਂਟੋ ਸਨ ਅਖਬਾਰ ਦੇ ਪੰਨੇ ਨੂੰ ਸਾਂਝਾ ਕਰਦਿਆਂ ਲਿਖਿਆ ਸੀ ਕਿ ਕਿਸੇ ਨੂੰ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਬਾਕੀ ਦੁਨੀਆ ਵੱਲੋਂ ਵਾਰ-ਵਾਰ ਅਪਮਾਨਿਤ ਕੀਤਾ ਜਾਣਾ ਮਨਜ਼ੂਰ ਨਹੀਂ। ਇੱਕ ਹੋਰ ਅਖਬਾਰ ਨੇ ਦਾਅਵਾ ਵੀ ਕੀਤਾ ਕਿ ਟਰੂਡੋ G20 ਆਗੂਆਂ ਦੇ ਲਈ ਰੱਖੇ ਗਏ ਡਿਨਰ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਟਰੂਡੋ ਦੀ ਇਸ ਫੇਰੀ ਦੌਰਾਨ ਸਭ ਤੋਂ ਵੱਡੀ ਫਜ਼ੀਹਤ ਉਸ ਵੇਲੇ ਹੋਈ ਜਦੋਂ ਵਾਪਸੀ ਦੇ ਸਮੇਂ ਟਰੂਡੋ ਦਾ ਜਹਾਜ਼ ਖਰਾਬ ਹੋ ਗਿਆ ਅਤੇ ਟਰੂਡੋ ਨੂੰ ਸੋਮਵਾਰ ਦਾ ਦਿਨ ਵੀ ਆਪਣੇ ਬੇਟੇ ਦੇ ਨਾਲ ਭਾਰਤ ਦੇ ਵਿੱਚ ਹੀ ਰੁਕਣਾ ਪਿਆ ਸੀ ਅਤੇ ਬੈਕਅਪ ਪਲੇਨ ਆਉਣ ਤੋਂ ਬਾਅਦ ਹੀ ਉਹ ਰਵਾਨਾ ਹੋਏ ਸਨ। ਸੋ ਕੁੱਲ ਮਿਲਾ ਕੇ G20 ਮੌਕੇ ਭਾਰਤ ਦੇ ਵੱਲੋਂ ਖਾਲਿਸਤਾਨ ਦੀ ਹਮਾਇਤ ਦੇ ਉੱਤੇ ਚੁੱਕੇ ਗਏ ਸਵਾਲ ਅਤੇ ਕੈਨੇਡਾ ਦੇ ਮੀਡੀਆ ਦੇ ਨਾਲ ਸਿਆਸੀ ਧਿਰਾਂ ਵੱਲੋਂ ਕੀਤੀ ਆਲੋਚਨਾ ਨੇ ਜਸਟਿਨ ਟਰੂਡੋ ਨੂੰ ਬੈਕਫੁੱਟ ਦੇ ਉੱਤੇ ਜ਼ਰੂਰ ਧੱਕ ਦਿੱਤਾ ਸੀ। ਯਾਰ G20 ਦੇ ਵਿੱਚ ਜੋ ਕੁਝ ਹੋਇਆ ਔਰ ਦੁਨੀਆ ਭਰ ਦੇ ਵਿੱਚ ਜਿਸ ਤਰੀਕੇ ਨਾਲ ਫਜ਼ੀਹਤ ਜ਼ਰੂਰ ਜਸਟਿਨ ਟਰੂਡੋ ਦੀ ਹੋਈ ਉਸ ਤੋਂ ਬਾਅਦ ਇਹ ਸਟੇਟਮੈਂਟ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਜ਼ਰੂਰ ਜੁੜਦੀਆਂ ਨਜ਼ਰ ਆ ਰਹੀਆਂ ਨੇ। ਪਰ ਜਦੋਂ 24 ਘੰਟਿਆਂ ਦੇ ਵਿੱਚ ਹੀ ਆਪਣੇ ਬਿਆਨ ਨੂੰ ਲੈ ਕੇ ਤੇਵਰ ਤਲਖ ਜੋ ਸੀ ਉਹ ਠੰਡੇ ਪੈ ਜਾਣ ਤੇ ਦੁਨੀਆ ਭਰ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਖੂਬ ਚਰਚਾ ਹੋਵੇ ਫਿਰ ਫਰਕ ਤਾਂ ਪੈਂਦਾ। ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਾਰਤ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ। ਨਵਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਅੱਜ ਚੰਦ ਦੇ ਉੱਤੇ ਪਹੁੰਚ ਚੁੱਕਿਆ ਹੈ। G20 ਸਮਿਟ ਹੋਸਟ ਕਰ ਰਿਹਾ ਹੈ। ਭਾਰਤ ਦੇ ਕੋਲ ਅੱਜ ਖਜ਼ਾਨੇ ਦੇ ਵਿੱਚ 600 ਅਰਬ ਡਾਲਰ ਨੇ ਅਤੇ ਪਾਕਿਸਤਾਨ, ਚੀਨ ਅਤੇ ਅਰਬ ਦੇਸ਼ਾਂ ਸਣੇ ਦੁਨੀਆ ਭਰ ਦੇ ਅੱਗੇ ਹੱਥ ਅੱਡ ਰਿਹਾ ਹੈ। 2017 वाला पाकिस्तान याद करो और आज देखो पाकिस्तान को आज हिंदुस्तान चांद पे चला गया है। G20 की मीटिंग्स वहां होती हैं। ये तो सब कुछ हमें करना चाहिए था। नवाज शरीफ ने पाकिस्तान की इस हालत के लिए रिटायर्ड आर्मी चीफ जनरल कमर जावेद बाजवा, साबका ISI चीफ फैज हमीद और साबका चीफ जस्टिस मियां साकिब निसार को जिम्मेवार दस्या। ये अपने मुल्क के साथ कर क्या दिया हमने, और जिन्होंने इस मुल्क के साथ ये किया है वो पाकिस्तान के सबसे बड़े मुजरिम हैं। पाकिस्तान के साबका प्रधानमंत्री नवाज शरीफ का यह बयान उस वेले आया जदों उन्हां दे पाकिस्तान परतन दीयां चर्चावां जोरां दे उत्ते ने। खैर पाकिस्तान के प्रधानमंत्री साबका प्रधानमंत्री के वलों जिक्र किया जा रहा है पर नवाज शरीफ भारत की बेशक तारीफ कर रहे होण पर उही ने जिन्हां ने करगिल दे विच जंग शुरू की सी और कई देश के भारत के जिहड़े जवान ने शहीद हो गए। वो तो जम्मू कश्मीर के अनंतनाग दे विच सुरक्षा दस्तियां दे एनकाउंटर दे विच लश्कर ए तौयबा के दहशतगर्द उजैर खान नूं ढेर कर दिता। उजैर खान दहशतगर्दी जथेबंदी लश्कर ए तौयबा का टॉप कमांडर सी। उसकी डैड बॉडी नूं बरामद किया गया है। अजे गडूल कोकेरे नाग दे विच 2 ਤੋਂ 3 दहशतगर्दां दे लुके होण दी जानकारी मिली सी। उजैर तो इलावा एक होर बॉडी भी देखी गई है। तीजे दहशतगर्द की लाश मिलण दी भी संभावना है। एनकाउंटर साइट दे उत्ते हुण भी सर्च ऑपरेशन जारी है। उजैर मारा गया, मिल गया, बॉडी भी रिट्रीव हो गया है। एक डेड बॉडी मिलिटेंट का और दिख रहा है, अभी रिट्रीव नहीं हो पाया है। सर्च ऑपरेशन जारी रहेगा। अभी हम लोग काफी एरिया को सर्च करना बाकी है। बहुत सारे ब्लाइंड सेल होगा, उसको भी हम लोग रिकवर करके उसको डिस्ट्रॉय करेंगे। पिछले एक हफ्ते के दौरान कश्मीर के अनंतनाग, बारामूला और राजौरी के एनकाउंटर्स हुए ने। 5 जवान जिस दे विच शहीद हुए। हुण तक 7 दहशतगर्द भी ढेर कर दिते गए। जम्मू कश्मीर के अनंतनाग दे विच एनकाउंटर लगातार जारी तो उधर दहशतगर्दां दे नाल मुठभेड़ दे विच शहीद जवान प्रदीप सिंह जो समाणा दे रहन वाले सी उन्हां नूं अंतिम विदाई दी।
ਸ਼ਹੀਦ ਜਵਾਨ ਦਾ ਸਨਮਾਨ ਦੇਣ ਦੇ ਜੱਦੀ ਪਿੰਡ ਬੱਲਮਗੜ੍ਹ ਦੇ ਵਿੱਚ ਰਾਜਕੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੇਸ਼ ਦੇ ਬਹਾਦਰ ਬੇਟੇ ਨੂੰ ਵਿਦਾਈ ਦੇਣ ਦੇ ਲਈ ਲੋਕਾਂ ਦੀ ਭੀੜ ਉਮੜੀ। ਸਾਰਿਆਂ ਨੇ ਨਮ ਅੱਖਾਂ ਦੇ ਨਾਲ ਪ੍ਰਦੀਪ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਜਿੱਥੇ ਕਿਤੇ ਸਾਨੂੰ ਬਹੁਤ ਵੱਡਾ ਉਹਦਾ ਪਰਿਵਾਰਕ ਨਾਤੇ ਬਹੁਤ ਘਾਟਾ ਪਿਆ ਔਰ ਪਰਿਵਾਰ ਦਾ ਸਾਡੇ ਹਲਕੇ ਦਾ ਮਾਣ ਵੀ ਹੈ ਕਿ ਉਹਨਾਂ ਨੇ ਦੁਸ਼ਮਣਾਂ ਨਾਲ ਲੜਾਈ ਲੜਦੇ ਹੋਏ ਜਿਹੜਾ ਆਪਣਾ ਜਾਨ ਹੈ ਜਿਹੜੀ ਦੇਸ਼ ਲਈ ਵਾਰੀ ਹੈ। ਪ੍ਰਦੀਪ ਸਿੰਘ ਕੋਕਰੇਨਾਗ ਆਪਰੇਸ਼ਨ ਦਾ ਹਿੱਸਾ ਸੀ। ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲਿਸ ਇਲਾਕੇ ਦੇ ਸੰਘਣੇ ਜੰਗਲਾਂ ਦੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਹੈ। ਇਸ ਆਪਰੇਸ਼ਨ ਦੇ ਦੌਰਾਨ ਹੀ ਉਹ ਗਾਇਬ ਹੋ ਗਏ ਸਨ ਅਤੇ ਬਾਅਦ ਦੇ ਵਿੱਚ ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ। ਕਾਬਿਲੇ ਗੌਰ ਹੈ ਕਿ ਸ਼ਹੀਦ ਪ੍ਰਦੀਪ ਸਿੰਘ ਦੀ ਸ਼ਹਾਦਤ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਪਰਿਵਾਰ ਨੂੰ ਇਹ ਹੌਸਲਾ ਵੀ ਦਿੱਤਾ ਗਿਆ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਮੇਸ਼ਾ ਖੜੀ ਹੈ। ਅੱਗੇ ਵਧਦੇ ਤੇ ਗੱਲ ਹੋਵੇਗੀ ਇਤਿਹਾਸ ਦੀ। 19 ਸਤੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੁਣ ਜ਼ਿਕਰ ਉਸ ਦਾ। 19 ਸਤੰਬਰ ਦਾ ਇਤਿਹਾਸ ਹੈ ਸੁਨੀਤਾ ਵਿਲੀਅਮਸ ਦੇ ਨਾਲ ਜੁੜਿਆ ਹੋਇਆ। ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦਾ ਜਨਮ ਹੋਇਆ ਸੀ 19 ਸਤੰਬਰ ਦੇ ਹੀ ਦਿਨ, ਜਾਂ 19 ਸਤੰਬਰ 1965 ਨੂੰ ਓਹਾਇਓ ਦੇ ਯੂਕਿਡ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ 195 ਦਿਨ ਤੋਂ ਵੀ ਜ਼ਿਆਦਾ ਦਿਨ ਤੱਕ ਪੁਲਾੜ ਦੇ ਵਿੱਚ ਰਹੀ। ਇਹ ਵੀ ਵਰਲਡ ਰਿਕਾਰਡ ਉਹਨਾਂ ਨੇ ਬਣਾਇਆ। ਸੁਨੀਤਾ ਵਿਲੀਅਮਸ ਪਾਂਡਿਆ ਦੇ ਪਿਤਾ ਡਾਕਟਰ ਦੀਪਕ ਐਨ ਪਾਂਡਿਆ ਭਾਰਤ ਦੇ ਗੁਜਰਾਤ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਦੀ ਮਾਂ ਬੋਨੀ ਜਾਲੋਕਰ ਪਾਂਡਿਆ ਸਲੋਵੇਨੀਆ ਤੋਂ।